ਅੱਜ ਮੈਂ ਸੁਖਵਿੰਦਰ ਸਿੰਘ ਆਪਣੇ ਜੀਵਨ ਦਾ ਆਖਰੀ ਪੱਤਰ ਲਿਖ ਰਿਹਾ ਤੇ ਮੇਰੇ ਪਰਿਵਾਰ ਅਤੇ ਦੋਸਤਾਂ ਤੋਂ ਮਾਫੀ ਜੇ ਕੋਈ ਗਲਤੀ ਕੀਤੀ ਹੋਵੇ ਤਾਂ। ਇਹ ਮੈਨੂੰ ਮਜਬੂਰੀ 'ਚ ਕਦਮ ਚੁੱਕਣਾ ਪੈ ਰਿਹਾ ਹੈ ਤੇ ਇਹਦੇ ਪਿੱਛੇ ਸਭ ਤੋਂ ਜ਼ਿਆਦਾ ਦੋ ਆਦਮੀਆਂ ਦਾ ਹੱਥ ਹੈ। ਇੱਕ ਦਾ ਨਾਂ ਬਾਲ ਕ੍ਰਿਸ਼ਨ ਠਾਕੁਰ ਤੇ ਦੂਜੇ ਦਾ ਨਾਂ ਸਾਈ ਹੋਂਡਾ ਯਮੁਨਾ ਨਗਰ ਦਾ ਮਾਲਕ। ਉਹ ਦੋਵੇਂ ਮੇਰੇ ਤੋਂ ਜ਼ਬਰਦਸਤੀ 10 ਲੱਖ ਰੁਪਏ ਮੰਗ ਰਹੇ ਨੇ ਤੇ ਜੇ ਮੈਂ ਨਾ ਦਿੱਤੇ ਤਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਦੇਣਗੇ। ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਣਾ ਤੇ ਬਾਲ ਕ੍ਰਿਸ਼ਨ ਮੇਰਾ ਬੌਸ ਇਸ ਦਾ ਨਜਾਇਜ਼ ਫਾਇਦਾ ਚੁੱਕ ਕੇ ਮੈਨੂੰ ਹਰ ਰੋਜ਼ ਨੌਕਰੀ ਤੋਂ ਕੱਢ ਦੇਣ ਦੀ ਧਮਕੀ ਦਿੰਦਾ ਹੈ। ਜੋ ਵੀ ਮੇਰੇ ਦੋਸਤ ਅਤੇ ਮੇਰੇ ਰਿਸ਼ਤੇਦਾਰ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਹੋ ਸਕੇ ਤਾਂ ਉਹਨਾਂ ਤੇ ਜਿੰਨੀ ਸਖਤ ਕਾਰਵਾਈ ਹੋਵੇ ਤਾਂ ਕਰਵਾਉਣ ਤੇ ਇਹਨਾਂ ਦੋਸ਼ੀਆਂ ਦੇ ਸੀਨੀਅਰ ਨੂੰ ਬੇਨਤੀ ਹੈ ਕਿ ਅਜਿਹਾ ਸਟਾਫ ਨਾ ਰੱਖੋ ਜੋ ਆਪਣੇ ਨਿੱਜੀ ਫਾਇਦੇ ਲਈ ਆਪਣੇ ਸਾਰੇ ਸਟਾਫ ਮੈਂਬਰਸ ਨੂੰ ਪਰੇਸ਼ਾਨ ਕਰਦਾ ਹੈ। ਮੈਨੂੰ ਪਤਾ ਹੈ ਕਿ ਇਹ ਮਾਮਲਾ ਐਵੇਂ ਹੀ ਦੱਬ ਜਾਵੇਗਾ ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਵੇਗੀ ਕਿਉਂਕਿ ਪੈਸੇ ਦੇ ਪਿੱਛੇ ਸਭ ਕੁਝ ਦੱਬ ਜਾਂਦਾ ਹੈ। ਮੈਂ ਆਪਣੇ ਪਰਿਵਾਰ ਵਾਲਿਆਂ ਤੋਂ ਇੱਕ ਹੀ ਬੇਨਤੀ ਕਰਦਾ ਕਿ ਤੁਸੀਂ ਆਪਣੇ ਜੀਵਨ ਨੂੰ ਮੇਰੇ ਕਾਰਨ ਖਰਾਬ ਨਾ ਕਰੋ ਕਿਉਂਕਿ ਮੇਰੀ ਹਾਲਤ ਉਹਨਾਂ ਦੋਹਾਂ ਆਦਮੀਆਂ ਨੇ ਖਰਾਬ ਕਰ ਦਿੱਤੀ ਹੈ। ਜੋ ਬੰਦਾ ਆਪਣੀ ਮਿਹਨਤ ਨਾਲ ਤਰੱਕੀ ਕਰਦਾ ਹੈ ਉਸ ਦਾ ਕੋਈ ਸਾਥ ਨਹੀਂ ਦਿੰਦਾ। ਤੇ ਆਖਿਰ 'ਚ ਮੇਰਾ ਸੁਨੇਹਾ ਮੇਰੇ ਸਭ ਤੋਂ ਨਜ਼ਦੀਕੀ ਪਰਿਵਾਰ ਵਾਲਿਆਂ ਨੂੰ, ਜੋ ਵੀ ਮੇਰਾ ਅਤੇ ਮੇਰੇ ਘਰ 'ਚ ਮਾਤਾ ਪਿਤਾ ਦਾ ਹੈ, ਉਸ ਉੱਤੇ ਮੇਰੇ ਦੋਨੋਂ ਭਾਂਜਿਆਂ ਦਾ ਬਰਾਬਰ ਦਾ ਹੱਕ ਹੈ, ਚਾਹੇ ਉਹ ਮੇਰੇ ਪਿਤਾ ਜੀ ਦੀ ਜ਼ਮੀਨ ਹੋਵੇ ਅਤੇ ਮੇਰੇ ਅਤੇ ਮੇਰੀ ਪਤਨੀ ਦੇ ਖਾਤਿਆਂ ਦਾ ਪੈਸਾ ਹੈ। ਮੇਰੇ ਦੋਵੇਂ ਭਾਂਜੇ ਮੋਹਿਤ ਤੇ ਕਰਨਦੀਪ ਦੋਹਾਂ 'ਚ ਬਰਾਬਰ ਵੰਡ ਦਿੱਤਾ ਜਾਵੇ ਤੇ ਮੇਰੀ ਆਖਰੀ ਖੁਆਇਸ਼ ਇਹ ਹੈ ਕਿ ਤੁਸੀਂ ਇਸ ਕਾਰਵਾਈ 'ਚ ਦਖਲ ਦਿਓ। ਤੇ ਹੁਣ ਮੈਂ ਆਪਣੇ ਪਰਿਵਾਰ, ਪਿਤਾ ਜੀ, ਮਾਤਾ ਜੀ, ਪਤਨੀ ਅਤੇ 2 ਬੱਚਿਆਂ ਦੇ ਵੱਲੋਂ ਸਭ ਤੋਂ ਆਖਰੀ ਮਾਫੀ ਮੰਗਦਾ ਹਾਂ। ਸਾਡੀ ਲਾਈਫ 'ਚ ਦੋਵੇਂ ਬੰਦੇ ਬਾਲ ਕ੍ਰਿਸ਼ਨ ਠਾਕੁਰ ਤੇ ਕਵੀ ਮਹਿਤਾ ਅਤੇ ਉਹਨਾਂ ਦੇ ਸਾਥੀ ਜ਼ਿੰਮੇਵਾਰ ਨੇ। ਅੱਜ ਮੈਂ ਸੁਖਵਿੰਦਰ ਸਿੰਘ ਆਪਣੇ ਜੀਵਨ ਦਾ ਆਖਰੀ ਪੱਤਰ ਲਿਖ ਰਿਹਾ ਤੇ ਮੇਰੇ ਪਰਿਵਾਰ ਅਤੇ ਦੋਸਤਾਂ ਤੋਂ ਮਾਫੀ ਜੇ ਕੋਈ ਗਲਤੀ ਕੀਤੀ ਹੋਵੇ ਤਾਂ। ਇਹ ਮੈਨੂੰ ਮਜਬੂਰੀ 'ਚ ਕਦਮ ਚੁੱਕਣਾ ਪੈ ਰਿਹਾ ਹੈ ਤੇ ਇਹਦੇ ਪਿੱਛੇ ਸਭ ਤੋਂ ਜ਼ਿਆਦਾ ਦੋ ਆਦਮੀਆਂ ਦਾ ਹੱਥ ਹੈ। ਇੱਕ ਦਾ ਨਾਂ ਬਾਲ ਕ੍ਰਿਸ਼ਨ ਠਾਕੁਰ ਤੇ ਦੂਜੇ ਦਾ ਨਾਂ ਸਾਈ ਹੋਂਡਾ ਯਮੁਨਾ ਨਗਰ ਦਾ ਮਾਲਕ। ਉਹ ਦੋਵੇਂ ਮੇਰੇ ਤੋਂ ਜ਼ਬਰਦਸਤੀ 10 ਲੱਖ ਰੁਪਏ ਮੰਗ ਰਹੇ ਨੇ ਤੇ ਜੇ ਮੈਂ ਨਾ ਦਿੱਤੇ ਤਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਦੇਣਗੇ। ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਣਾ ਤੇ ਬਾਲ ਕ੍ਰਿਸ਼ਨ ਮੇਰਾ ਬੌਸ ਇਸ ਦਾ ਨਜਾਇਜ਼ ਫਾਇਦਾ ਚੁੱਕ ਕੇ ਮੈਨੂੰ ਹਰ ਰੋਜ਼ ਨੌਕਰੀ ਤੋਂ ਕੱਢ ਦੇਣ ਦੀ ਧਮਕੀ ਦਿੰਦਾ ਹੈ। ਜੋ ਵੀ ਮੇਰੇ ਦੋਸਤ ਅਤੇ ਮੇਰੇ ਰਿਸ਼ਤੇਦਾਰ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਹੋ ਸਕੇ ਤਾਂ ਉਹਨਾਂ ਤੇ ਜਿੰਨੀ ਸਖਤ ਕਾਰਵਾਈ ਹੋਵੇ ਤਾਂ ਕਰਵਾਉਣ ਤੇ ਇਹਨਾਂ ਦੋਸ਼ੀਆਂ ਦੇ ਸੀਨੀਅਰ ਨੂੰ ਬੇਨਤੀ ਹੈ ਕਿ ਅਜਿਹਾ ਸਟਾਫ ਨਾ ਰੱਖੋ ਜੋ ਆਪਣੇ ਨਿੱਜੀ ਫਾਇਦੇ ਲਈ ਆਪਣੇ ਸਾਰੇ ਸਟਾਫ ਮੈਂਬਰਸ ਨੂੰ ਪਰੇਸ਼ਾਨ ਕਰਦਾ ਹੈ। ਮੈਨੂੰ ਪਤਾ ਹੈ ਕਿ ਇਹ ਮਾਮਲਾ ਐਵੇਂ ਹੀ ਦੱਬ ਜਾਵੇਗਾ ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਵੇਗੀ ਕਿਉਂਕਿ ਪੈਸੇ ਦੇ ਪਿੱਛੇ ਸਭ ਕੁਝ ਦੱਬ ਜਾਂਦਾ ਹੈ। ਮੈਂ ਆਪਣੇ ਪਰਿਵਾਰ ਵਾਲਿਆਂ ਤੋਂ ਇੱਕ ਹੀ ਬੇਨਤੀ ਕਰਦਾ ਕਿ ਤੁਸੀਂ ਆਪਣੇ ਜੀਵਨ ਨੂੰ ਮੇਰੇ ਕਾਰਨ ਖਰਾਬ ਨਾ ਕਰੋ ਕਿਉਂਕਿ ਮੇਰੀ ਹਾਲਤ ਉਹਨਾਂ ਦੋਹਾਂ ਆਦਮੀਆਂ ਨੇ ਖਰਾਬ ਕਰ ਦਿੱਤੀ ਹੈ। ਜੋ ਬੰਦਾ ਆਪਣੀ ਮਿਹਨਤ ਨਾਲ ਤਰੱਕੀ ਕਰਦਾ ਹੈ ਉਸ ਦਾ ਕੋਈ ਸਾਥ ਨਹੀਂ ਦਿੰਦਾ। ਤੇ ਆਖਿਰ 'ਚ ਮੇਰਾ ਸੁਨੇਹਾ ਮੇਰੇ ਸਭ ਤੋਂ ਨਜ਼ਦੀਕੀ ਪਰਿਵਾਰ ਵਾਲਿਆਂ ਨੂੰ, ਜੋ ਵੀ ਮੇਰਾ ਅਤੇ ਮੇਰੇ ਘਰ 'ਚ ਮਾਤਾ ਪਿਤਾ ਦਾ ਹੈ, ਉਸ ਉੱਤੇ ਮੇਰੇ ਦੋਨੋਂ ਭਾਂਜਿਆਂ ਦਾ ਬਰਾਬਰ ਦਾ ਹੱਕ ਹੈ, ਚਾਹੇ ਉਹ ਮੇਰੇ ਪਿਤਾ ਜੀ ਦੀ ਜ਼ਮੀਨ ਹੋਵੇ ਅਤੇ ਮੇਰੇ ਅਤੇ ਮੇਰੀ ਪਤਨੀ ਦੇ ਖਾਤਿਆਂ ਦਾ ਪੈਸਾ ਹੈ। ਮੇਰੇ ਦੋਵੇਂ ਭਾਂਜੇ ਮੋਹਿਤ ਤੇ ਕਰਨਦੀਪ ਦੋਹਾਂ 'ਚ ਬਰਾਬਰ ਵੰਡ ਦਿੱਤਾ ਜਾਵੇ ਤੇ ਮੇਰੀ ਆਖਰੀ ਖੁਆਇਸ਼ ਇਹ ਹੈ ਕਿ ਤੁਸੀਂ ਇਸ ਕਾਰਵਾਈ 'ਚ ਦਖਲ ਦਿਓ। ਤੇ ਹੁਣ ਮੈਂ ਆਪਣੇ ਪਰਿਵਾਰ, ਪਿਤਾ ਜੀ, ਮਾਤਾ ਜੀ, ਪਤਨੀ ਅਤੇ 2 ਬੱਚਿਆਂ ਦੇ ਵੱਲੋਂ ਸਭ ਤੋਂ ਆਖਰੀ ਮਾਫੀ ਮੰਗਦਾ ਹਾਂ। ਸਾਡੀ ਲਾਈਫ 'ਚ ਦੋਵੇਂ ਬੰਦੇ ਬਾਲ ਕ੍ਰਿਸ਼ਨ ਠਾਕੁਰ ਤੇ ਕਵੀ ਮਹਿਤਾ ਅਤੇ ਉਹਨਾਂ ਦੇ ਸਾਥੀ ਜ਼ਿੰਮੇਵਾਰ ਨੇ। ਅੱਜ ਮੈਂ ਸੁਖਵਿੰਦਰ ਸਿੰਘ ਆਪਣੇ ਜੀਵਨ ਦਾ ਆਖਰੀ ਪੱਤਰ ਲਿਖ ਰਿਹਾ ਤੇ ਮੇਰੇ ਪਰਿਵਾਰ ਅਤੇ ਦੋਸਤਾਂ ਤੋਂ ਮਾਫੀ ਜੇ ਕੋਈ ਗਲਤੀ ਕੀਤੀ ਹੋਵੇ ਤਾਂ। ਇਹ ਮੈਨੂੰ ਮਜਬੂਰੀ 'ਚ ਕਦਮ ਚੁੱਕਣਾ ਪੈ ਰਿਹਾ ਹੈ ਤੇ ਇਹਦੇ ਪਿੱਛੇ ਸਭ ਤੋਂ ਜ਼ਿਆਦਾ ਦੋ ਆਦਮੀਆਂ ਦਾ ਹੱਥ ਹੈ। ਇੱਕ ਦਾ ਨਾਂ ਬਾਲ ਕ੍ਰਿਸ਼ਨ ਠਾਕੁਰ ਤੇ ਦੂਜੇ ਦਾ ਨਾਂ ਸਾਈ ਹੋਂਡਾ ਯਮੁਨਾ ਨਗਰ ਦਾ ਮਾਲਕ। ਉਹ ਦੋਵੇਂ ਮੇਰੇ ਤੋਂ ਜ਼ਬਰਦਸਤੀ 10 ਲੱਖ ਰੁਪਏ ਮੰਗ ਰਹੇ ਨੇ ਤੇ ਜੇ ਮੈਂ ਨਾ ਦਿੱਤੇ ਤਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਦੇਣਗੇ। ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਣਾ ਤੇ ਬਾਲ ਕ੍ਰਿਸ਼ਨ ਮੇਰਾ ਬੌਸ ਇਸ ਦਾ ਨਜਾਇਜ਼ ਫਾਇਦਾ ਚੁੱਕ ਕੇ ਮੈਨੂੰ ਹਰ ਰੋਜ਼ ਨੌਕਰੀ ਤੋਂ ਕੱਢ ਦੇਣ ਦੀ ਧਮਕੀ ਦਿੰਦਾ ਹੈ। ਜੋ ਵੀ ਮੇਰੇ ਦੋਸਤ ਅਤੇ ਮੇਰੇ ਰਿਸ਼ਤੇਦਾਰ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਹੋ ਸਕੇ ਤਾਂ ਉਹਨਾਂ ਤੇ ਜਿੰਨੀ ਸਖਤ ਕਾਰਵਾਈ ਹੋਵੇ ਤਾਂ ਕਰਵਾਉਣ ਤੇ ਇਹਨਾਂ ਦੋਸ਼ੀਆਂ ਦੇ ਸੀਨੀਅਰ ਨੂੰ ਬੇਨਤੀ ਹੈ ਕਿ ਅਜਿਹਾ ਸਟਾਫ ਨਾ ਰੱਖੋ ਜੋ ਆਪਣੇ ਨਿੱਜੀ ਫਾਇਦੇ ਲਈ ਆਪਣੇ ਸਾਰੇ ਸਟਾਫ ਮੈਂਬਰਸ ਨੂੰ ਪਰੇਸ਼ਾਨ ਕਰਦਾ ਹੈ। ਮੈਨੂੰ ਪਤਾ ਹੈ ਕਿ ਇਹ ਮਾਮਲਾ ਐਵੇਂ ਹੀ ਦੱਬ ਜਾਵੇਗਾ ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਵੇਗੀ
ਕਿਉਂਕਿ ਪੈਸੇ ਦੇ ਪਿੱਛੇ ਸਭ ਕੁਝ ਦੱਬ ਜਾਂਦਾ ਹੈ। ਮੈਂ ਆਪਣੇ ਪਰਿਵਾਰ ਵਾਲਿਆਂ ਤੋਂ ਇੱਕ ਹੀ ਬੇਨਤੀ ਕਰਦਾ ਕਿ ਤੁਸੀਂ ਆਪਣੇ ਜੀਵਨ ਨੂੰ ਮੇਰੇ ਕਾਰਨ ਖਰਾਬ ਨਾ ਕਰੋ, ਕਿਉਂਕਿ ਮੇਰੀ ਹਾਲਤ ਉਹਨਾਂ ਦੋਹਾਂ ਆਦਮੀਆਂ ਨੇ ਖਰਾਬ ਕਰ ਦਿੱਤੀ ਹੈ। ਜੋ ਬੰਦਾ ਆਪਣੀ ਮਿਹਨਤ ਨਾਲ ਤਰੱਕੀ ਕਰਦਾ ਹੈ, ਉਸ ਦਾ ਕੋਈ ਸਾਥ ਨਹੀਂ ਦਿੰਦਾ। ਤੇ ਆਖਿਰ 'ਚ ਮੇਰਾ ਸੁਨੇਹਾ ਮੇਰੇ ਸਭ ਤੋਂ ਨਜ਼ਦੀਕ